पर तुसीं कहंदे जे ਅੰਮ੍ਰਿਤਸਰ ਨੂੰ ਦਿੱਤਾ ਕੀ ਆ? ਏਮਜ਼ ਆਇਆ ਬੀਬਾ ਜੀ ਤੁਸੀਂ ਚੱਕ ਕੇ ਲੈ ਗਏ ਬਠਿੰਡੇ। ਜੇਤਲੀ ਜੀ ਨੇ ਅੰਮ੍ਰਿਤਸਰ ਵਾਸਤੇ ਅਨਾਉਂਸ ਕੀਤਾ ਸੀ, ਸਾਰੇ ਲੋਕ ਜਾਣਦੇ, ਪ੍ਰੈਸ ਜਾਣਦੀ, ਮੀਡੀਆ ਜਾਣਦਾ। ਸੈਂਟਰ ਯੂਨੀਵਰਸਿਟੀ ਆਈ, ਪ੍ਰਪੋਜ਼ਲ ਅੰਮ੍ਰਿਤਸਰ ਦੀ ਬਣੀ, ਤੁਸੀਂ ਲੋਕਾਂ ਨੇ ਚੱਕ ਕੇ ਬਠਿੰਡੇ ਲੈ ਗਏ ਜੀ। ਅੰਮ੍ਰਿਤਸਰ ਜ਼ਮੀਨ ਹੈ ਨਹੀਂ, ਅੰਮ੍ਰਿਤਸਰ ਪਾਣੀ 'ਚ ਵਸਣ ਡਿਆ। ਐਡਾ ਹੀ ਮਾੜਾ ਅੰਮ੍ਰਿਤਸਰ ਹੋ ਗਿਆ, ਜ਼ਮੀਨ ਹੈ ਨਹੀਂ। ਹਰਮੰਦਰ ਸਾਹਿਬ ਕਾਹਦੇ ਵਾਸਤੇ ਆਉਂਦੇ ਜੀ? ਹਰਮੰਦਰ ਸਾਹਿਬ ਆਉਣਾ ਬੰਦ ਕਰੋ। ਇਹ ਵੋਟਾਂ ਦੀ ਸਿਰਫ ਰਾਜਨੀਤੀ ਕਰਨ ਤੁਸੀਂ ਲੋਕ ਆਉਂਦੇ ਜੇ, ਜਿੰਨੇ ਲੀਡਰ ਸਾਹਿਬਾਨ ਨੇ। ਔਰ ਰੱਬ ਦਾ ਵਾਸਤਾ ਜਿੰਨੇ DPR ਬਣਾਈ ਆ ਜਾਂ ਜਿਹਦੇ ਆਖਿਆ ਉਹਨੇ ਬਣਾਈ ਆ, ਉਹਨੂੰ ਖਰੇ ਰੱਬ ਦਾ ਖੌਫ ਹੀ ਨਹੀਂ। ਇੰਨਾ ਵੱਡਾ ਝੂਠ, ਚਿੱਟਾ ਝੂਠ। ਦੱਸੋ ਕਿਹੜੀ ਗੁਰਦਾਸਪੁਰ ਤੋਂ ਗਏ ਟਨਲ ਬਣਾਉਣੀ ਪੈਂਦੀ ਇਹਨਾਂ ਨੂੰ? ਕਿਰਪਾ ਕਰਕੇ, ਹੋਰ ਸਾਡੇ ਕੋਲ ਨਾ ਕੋਈ ਇੰਡਸਟਰੀ ਆ, ਉਹ ਸਾਡੀ ਤਬਾਹ ਹੋ ਗਈ। ਜੰਗਾਂ 'ਚ ਅਸੀਂ ਹਿੱਸਾ ਪਾ ਛੱਡਿਆ ਸਾਡੇ ਲੋਕਾਂ ਨੇ। ਸੋ ਹੱਥ ਜੋੜ ਕੇ ਬੇਨਤੀ ਆ, ਸਾਡੀ ਮਦਦ ਕਰੋ। ਇਹ ਨੇ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ, ਅੱਜ ਜਿਨ੍ਹਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਪ੍ਰੈਸ ਕਾਨਫਰੰਸ ਦੇ ਦੌਰਾਨ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਆਪਣੀਆਂ ਨਮ ਅੱਖਾਂ ਦੇ ਨਾਲ ਹੱਥ ਜੋੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਗਈ ਹੈ। ਦਰਅਸਲ ਉਹਨਾਂ ਦਾ ਕਹਿਣਾ ਸੀ ਕਿ ਅੰਮ੍ਰਿਤਸਰ ਟੂਰਿਜ਼ਮ ਦਾ ਸ਼ਹਿਰ ਹੈ। ਰੋਜ਼ਾਨਾ ਲੱਖਾਂ ਲੋਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਉਂਦੇ ਨੇ। ਇਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਨੂੰ 2016 ਦੇ ਵਿੱਚ ਇੱਕ ਵਿਸ਼ੇਸ਼ ਪੈਕੇਜ ਦਿੱਤਾ ਗਿਆ ਸੀ, ਜਿਸ ਦੇ ਵਿੱਚ ਸੜਕੀ ਲਾਈਨ ਨੂੰ ਵਧਾਉਣ ਦੀ ਗੱਲ ਕਹੀ ਗਈ ਸੀ। ਪਰ 2016 ਦੇ ਵਿੱਚ ਪਾਸ ਕੀਤਾ ਗਿਆ ਇਹ ਪੈਕੇਜ ਹੁਣ ਰੱਦ ਹੋਣ ਦੇ ਕਿਨਾਰੇ ਹੈ, ਜਿਸ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਪੈਕੇਜ ਨੂੰ ਬੰਦ ਨਾ ਕੀਤਾ ਜਾਵੇ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਸਿਵਾਏ ਅੰਮ੍ਰਿਤਸਰ ਦੀ ਕਿਰਪਾ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਨਾ ਕੋਈ ਇੰਡਸਟਰੀ ਹੈ ਤੇ ਨਾ ਹੀ ਕੁਝ ਹੋਰ ਕੀ ਕੁਝ ਕਹਿਣਾ ਰਿਹਾ ਗੁਰਜੀਤ ਸਿੰਘ ਔਜਲਾ ਦਾ, ਤੁਸੀਂ ਵੀ ਸੁਣੋ। ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਨੂੰ ਲੈ ਕੇ ਕੁਝ ਜਿਹੜੇ ਛਿੱਛੋ-ਪੰਜ ਦਿਮਾਗ ਦੇ ਵਿੱਚ ਪਾਏ ਜਾ ਰਹੇ ਆ ਕਿ ਇਹ ਜਿਹੜਾ ਹੁਣ ਅਪਰੂਵਲ ਹੋਈ ਉਹ ਬਿਲਕੁਲ ਠੀਕ ਹੈ। ਮੈਂ ਉਹਦੇ ਮੁਤਲਕ ਮੀਡੀਆ ਦੇ ਰਾਹੀਂ ਸਾਰੇ ਉਹਨਾਂ ਲੀਡਰ ਸਾਹਿਬਾਨ ਦੇ ਅੱਗੇ ਵੀ ਗੱਲ ਰੱਖਣੀ ਚਾਹੁੰਦਾ ਹਾਂ, ਪ੍ਰਾਈਮ ਮਿਨਿਸਟਰ ਸਾਹਿਬ ਦੇ ਅੱਗੇ ਵੀ ਰੱਖਣੀ ਚਾਹੁੰਦੇ ਹਾਂ, ਨਿਤਿਨ ਗਡਕਰੀ ਜੀ ਅੱਗੇ ਵੀ ਰੱਖਣੀ ਚਾਹੁੰਦੇ ਹਾਂ, ਔਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਅੱਗੇ ਵੀ ਰੱਖਣੀ ਚਾਹੁੰਦਾ ਕਿ ਇਹਦੀ ਅਸਲੀਅਤ ਨੂੰ ਜਾਣ ਕੇ ਹੀ ਗੱਲ ਕੀਤੀ ਜਾਵੇ, ਕਿਉਂਕਿ ਜਿਹੜੀਆਂ DPR ਭੇਜੀਆਂ ਗਈਆਂ ਉਹਨਾਂ 'ਚ ਬਹੁਤ ਕੁਛ ਹੈ ਜਿਹੜਾ ਅਸਲੀਅਤ ਨੂੰ ਲੁਕਾਉਂਦਾ ਹੈ। ਮੈਂ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਅੰਮ੍ਰਿਤਸਰ ਦਿੱਲੀ ਤੋਂ ਅੰਮ੍ਰਿਤਸਰ ਜਿਹੜਾ ਐਕਸਪ੍ਰੈਸ ਵੇ ਬਣਨਾ ਸੀ, ਇਹ 2016 ਦੇ ਵਿੱਚ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ, ਨਿਤਿਨ ਗਡਕਰੀ ਜੀ ਔਰ ਜਿਹੜੇ ਖੱਟੜ ਸਾਹਿਬ ਨੇ ਹਰਿਆਣੇ ਦੇ ਮੁੱਖ ਮੰਤਰੀ, ਇਹਨਾਂ ਦੀ ਬੈਠਕ ਦੇ ਵਿੱਚ ਅੰਤਮ ਨਿਰਣਾ ਲਿਆ ਗਿਆ ਸੀ ਕਿ ਇਹ ਜਿਹੜਾ ਐਕਸਪ੍ਰੈਸ ਵੇ ਆ ਇਹ ਦਿੱਲੀ ਤੋਂ ਅੰਮ੍ਰਿਤਸਰ ਤੱਕ ਬਣੇਗਾ, ਜਿਹਦਾ ਪ੍ਰੂਫ ਜਿਹੜੇ ਆ ਆਨਲਾਈਨ ਤੁਹਾਨੂੰ ਹਰ ਜਗ੍ਹਾ ਤੇ ਮਿਲ ਜਾਂਦੇ ਆ, ਮੈਂ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਦਿੰਦਾ। ਔਰ ਉਸ ਤੋਂ ਬਾਅਦ ਡਾਕਟਰ ਜਤਿੰਦਰ ਸਿੰਘ ਨੇ, ਉਹਨਾਂ ਨੇ ਕੋਸ਼ਿਸ਼ ਕਰਕੇ ਇਹਨੂੰ ਕਟੜੇ ਅੰਮ੍ਰਿਤਸਰ ਤੋਂ ਕਟੜੇ ਤੱਕ ਵਧਾਇਆ ਗਿਆ। ਔਰ ਜਿਹੜੀ ਮੇਰੇ ਜਾਣਕਾਰੀ ਤੱਕ ਹੈ ਕਿ ਮੋਦੀ ਜੀ ਦਾ ਵੀ ਇੰਟਰਸਟ ਸੀ, ਕਿਉਂਕਿ ਉਹ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਗੁਰੂ ਕਾ ਮਹਿਲ, ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਬਾਬਾ ਬਕਾਲਾ ਗੁਰਦੁਆਰਾ 400 ਸਾਲ ਆ ਰਿਹਾ, ਉਹਨਾਂ ਦਾ ਮਨ ਸੀ ਕਿ ਜਿਹੜਾ ਹਿੰਦੂ ਵਾਸਤੇ ਗੁਰੂ ਸਾਹਿਬ ਨੇ ਸ਼ਹੀਦੀ ਦਿੱਤੀ ਹੈ, ਮੈਂ ਕੁਛ ਨਾ ਕੁਛ ਉਹਦਾ ਜ਼ਰੂਰ ਉਹਨਾਂ ਦੇ ਵਿੱਚ ਵੀ ਕਰਾਂ। ਸੋ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਦਿੱਤੀ। ਇਹ ਜਿਹੜਾ ਪ੍ਰੋਜੈਕਟ ਸੀ, ਜਦੋਂ ਹਰੀ ਝੰਡੀ ਹੋਣ ਤੋਂ ਬਾਅਦ ਇਹਦਾ ਜਿਹੜੀ ਪ੍ਰੋਜੈਕਟ ਰਿਪੋਰਟ ਬਣੀ, ਆਪਸ਼ਨਲ ਬਣੀ, ਆਪਸ਼ਨ 1, ਆਪਸ਼ਨ 2, ਆਪਸ਼ਨ 3, ਉਦੋਂ ਜਿਹੜੀ ਆਪਸ਼ਨਲ ਬਣੀ ਸੀ, ਜਿਹੜੀ ਕਿ ਮੈਂ ਤੁਹਾਨੂੰ ਵੀਡੀਓ ਵੀ ਸੁਣਾਏਗਾ, ਜਿਹੜੀ ਮੈਂ ਤੁਹਾਨੂੰ ਕਲੀਅਰ ਕਰ ਦੇਣੀ ਚਾਹੁੰਦਾ ਕਿ ਇਹ ਆਪਸ਼ਨ ਜਿਹੜੀ ਹੈ ਇਹ ਕਦੋਂ ਬਣੀ। ਇਹ 2016 'ਚ ਜਿਹੜੀ ਮੀਟਿੰਗ ਪਹਿਲੀ ਹੋਈ ਹੈ ਇਹਨਾਂ ਦੇ ਵਿੱਚ ਸੁਖਬੀਰ ਬਾਦਲ ਜੀ, गडकरी साहब, सड़क एवं परिवहन मंत्री नितिन गडकरी से मुलाकात की और अमृतसर टू दिल्ली एक्सप्रेसवे पर चर्चा की। इस एक्सप्रेस अलाइनमेंट को मंजूरी दे दी गई है। सुखबीर सिंह बादल के मुताबिक जलंधर टू अजमेर एक्सप्रेसवे को भी मंजूरी दी गई है। ਜਿਹੜਾ ਦਿੱਲੀ ਅੰਮ੍ਰਿਤਸਰ ਐਕਸਪ੍ਰੈਸਵੇ ਹੈ, ਜਿਹਦੇ ਨਾਲ 100 ਕਿਲੋਮੀਟਰ ਡਿਸਟੈਂਸ ਘਟੂਗਾ ਤੇ ਦਿੱਲੀ ਤੋਂ ਅੰਮ੍ਰਿਤਸਰ 3.5 ਘੰਟੇ ਦਾ ਸਫ਼ਰ ਬਣ ਜਾਊਗਾ। ਉਹਦੀ ਫਾਈਨਲ ਅਲਾਈਨਮੈਂਟ ਫਾਈਨਲ ਕਰਕੇ ਅਪਰੂਵਲ ਦਿੱਤੀ ਹੈ, ਬੜੀ ਖੁਸ਼ੀ ਹੈ ਉਸ ਵਾਸਤੇ। ਦੂਜੀ ਉਹਨਾਂ ਨੇ ਅਪਰੂਵਲ ਦਿੱਤੀ ਹੈ ਜਲੰਧਰ ਅਜਮੇਰ ਐਕਸਪ੍ਰੈਸਵੇ ਦੀ, ਜਿਹਦੇ ਨਾਲ ਪੰਜਾਬ ਦੀ ਟ੍ਰੇਡ ਨੂੰ, ਪੰਜਾਬ, ਹਰਿਆਣਾ, ਜੰਮੂ ਕਸ਼ਮੀਰ ਤੇ ਹਿਮਾਚਲ ਦੀ ਟ੍ਰੇਡ ਨੂੰ, ਇੰਡਸਟਰੀ ਨੂੰ ਤੇ ਟ੍ਰੈਫਿਕ ਨੂੰ ਬਹੁਤ ਵੱਡੀ ਰਾਹਤ ਮਿਲੂਗੀ। हरियाणा के मुख्यमंत्री मनोहर लाल ने भी दिल्ली टू अमृतसर एक्सप्रेसवे पर अपनी सहमति जाहिर की है। गौरतलब है दिल्ली टू अमृतसर एक्सप्रेसवे वाया जींद और बरनाला होते हुए होगा।
दिल्ली से अमृतसर का जो एक्सप्रेसवे बनाने की बात है उसके ऊपर अलाइनमेंट का विषय था और दोनों प्रदेशों ने, पंजाब हरियाणा ने भी उनके साथ सहमति जता दी है कि हम लोग जो इस एक्सप्रेसवे के अलाइनमेंट के साथ सहमति जताते हैं और इससे दिल्ली और अमृतसर का जो रास्ता है लगभग 100 किलोमीटर एक्सप्रेसवे के बनने से ਇਹ ਜਿਹੜੀ ਐਕਸਪ੍ਰੈਸ ਦੀ ਜਿਹੜੀ ਅਪਰੂਵਲ ਹੋਈ ਆ ਇਹ ਦਿੱਲੀ ਤੋਂ ਅੰਮ੍ਰਿਤਸਰ ਵਾਇਆ ਜੀਂਦ ਵਾਇਆ ਬਰਨਾਲਾ ਹੋਈ ਸੀ। ਅਲਾਈਨਮੈਂਟ ਵੀ ਉਹਨਾਂ ਕਿਹਾ ਕਿ ਅਸੀਂ ਸਿੱਧੀ ਕਰਦੇ। ਹੁਣ ਇਹਦਾ ਫਾਇਦਾ ਕੀ ਸੀ? ਇਹ ਜਿਹੜਾ ਐਕਸਪ੍ਰੈਸ ਵੇ ਆ ਜਦੋਂ ਬਾਅਦ 'ਚ ਇਹਨੂੰ ਕੱਟੜਾ ਤੱਕ ਵਧਾ ਦਿੱਤਾ ਗਿਆ, ਇਹਦੇ ਵਿੱਚ ਜਿਹੜੀ ਵੇਖਣ ਦੀ ਗੱਲ ਆ ਉਹ ਇਹ ਚੀਜ਼ ਹੈ ਕਿ ਇਹ ਪ੍ਰੋਜੈਕਟ ਉੱਥੋਂ ਲੰਘਦਾ ਹੋਇਆ ਅੱਗੇ ਚਲੇ ਜਾਂਦਾ ਸੀ। ਇਸ ਤੋਂ ਬਾਅਦ ਗੋਇੰਦਵਾਲ ਸਾਹਿਬ ਦੇ ਨਾਲ ਦੀ ਲੱਗ ਕੇ ਲੰਘਣਾ, ਕਪੂਰਥਲਾ ਦੇ ਨਾਲ ਕਪੂਰਥਲਾ ਫੈਕਟਰੀ ਦਾ ਫਾਇਦਾ, ਗੋਂਦਵਾਲ ਦੀ ਜਿਹੜੀ ਇੰਡਸਟਰੀ ਆ, ਇੰਡਸਟਰੀਅਲ ਪਾਰਕ ਬਣਿਆ ਜਿਹੜਾ ਸਾਡੇ ਪਹਿਲਾਂ ਪੁਰਾਣਾ ਅਪਰੂਵ ਹੋਇਆ ਵਾ, ਉਹਦੇ ਲਾਗੋਂ ਦੀ ਲੰਘਣਾ, ਖਡੂਰ ਸਾਹਿਬ ਦੇ ਲਾਗੋਂ ਦੀ ਲੰਘਣਾ, ਤਰਨਤਾਰਨ ਸਾਹਿਬ ਦੇ ਲਾਗੋਂ ਦੀ, ਹਰਿਮੰਦਰ ਸਾਹਿਬ ਦੇ ਲਾਗੋਂ ਦੀ ਇੱਥੇ ਜਿਹੜੀ ਅਲਾਈਨਮੈਂਟ ਸੀ ਉਹ ਤਕਰੀਬਨ ਖਲਚੀਆਂ ਦੇ ਲਾਗੋਂ ਦੀ ਜਿਹੜਾ ਦਰਿਆ ਟੱਪ ਕੇ ਬਿਆਸ ਆ ਉਹ ਗੁਰਦਾਸਪੁਰ ਵੱਲ ਨੂੰ ਚਲੇ ਜਾਂਦੀ ਸੀ। ਇਹਦੇ ਤੇ ਜਿਹੜਾ ਇਕਨੋਮਿਕ ਕੋਰੀਡੋਰ ਜਿਹੜਾ ਇਹ ਬਣ ਜਾ ਰਿਹਾ ਵਾ, ਇਹਦੇ ਤੇ ਇਹਨਾਂ ਨੇ ਅਲੱਗ-ਅਲੱਗ ਪਾਰਕ ਬਣਾਉਣੇ ਨੇ, ਲੌਜਿਸਟਿਕ ਪਾਰਕ ਬਣਨੇ ਨੇ ਜਿੱਥੇ ਵੱਡੇ ਟਰੱਕ ਆ ਕੇ ਲੱਥਿਆ ਕਰਨਗੇ ਤੇ ਉਸ ਤੋਂ ਬਾਅਦ ਛੋਟੇ ਟਰੱਕ ਉੱਥੋਂ ਸਮਾਨ ਲੈ ਕੇ ਸ਼ਹਿਰਾਂ ਦੇ ਅੰਦਰ ਚਲੇ ਜਾਇਆ ਕਰਨਗੇ। ਇਹ ਇਹਨਾਂ ਦੀ ਪ੍ਰਯੋਜਨਾ ਸੀ। ਇਹਦੇ ਨਾਲ ਨਾਲ ਅਟਾਰੀ ਦਾ ਟੂਰਿਸਟ ਬਹੁਤ ਆਉਂਦਾ ਹੈ, ਅਟਾਰੀ ਨੂੰ ਵੀ ਉਹਦੇ ਨਾਲ ਜੋੜਨਾ ਸੀ। ਹੁਣ ਸਭ ਤੋਂ ਵੱਡਾ ਕਰਤਾਰਪੁਰ ਕੋਰੀਡੋਰ ਬਣ ਗਿਆ, ਜਿਹੜਾ ਪਾਕਿਸਤਾਨ ਵਾਲੇ ਬੰਨੇ ਕਰਤਾਰਪੁਰ ਆ ਉਹਦੀ ਗੱਲ ਕਰਦੇ, ਜਿਹੜਾ ਆਪਣੇ ਵਾਲੇ ਬੰਨੇ ਕਰਤਾਰਪੁਰ ਆ ਇਹ ਲੋਕਾਂ ਨੂੰ ਬਹੁਤ ਭੁਲੇਖਾ। ਜਦੋਂ ਕਰਤਾਰਪੁਰ ਦੀ ਗੱਲ ਹੁੰਦੀ ਲੋਕ ਸਮਝਦੇ ਨੇ ਸ਼ਾਇਦ ਪਾਕਿਸਤਾਨ ਵਾਲੇ ਕਰਤਾਰਪੁਰ ਅੰਮ੍ਰਿਤਸਰ ਤੋਂ ਗਾਂਹ ਜਾ ਕੇ ਜੁੜ ਰਿਹਾ, ਨਹੀਂ, ਇਹ ਅੰਮ੍ਰਿਤਸਰ ਤੋਂ ਤਕਰੀਬਨ 65 ਤੋਂ 70 ਕਿਲੋਮੀਟਰ ਪਿੱਛੋਂ ਹੀ ਨਿਕਲ ਜਾਣਾ। ਹੁਣ ਇਹਨਾਂ ਨੇ 2 ਅਲਾਈਨਮੈਂਟਾਂ ਪਾਸ ਕੀਤੀਆਂ ਸੀ, ਇੱਕ ਇਹਦੇ ਨਾਲ ਦੂਜੀ ਆਪਸ਼ਨ ਸੀ ਇੱਕ ਬਲੈਕ, ਇਹ ਪਿੰਕ ਆ, ਉਹ ਬਲੈਕ ਲਾਈਨ ਸੀ। ਹੁਣ ਪਤਾ ਨਹੀਂ ਇਹ ਕਦੋਂ ਦੀ ਇੱਕ ਗ੍ਰੀਨ ਲਾਈਨ ਇਹਨਾਂ ਨੇ ਨਵੀਂ ਬਣਾਤੀ, ਜਿਹੜੀ ਪਟਿਆਲੇ ਤੋਂ ਅੱਗੇ ਆ ਕੇ ਸੰਗਰੂਰ, ਸੰਗਰੂਰ ਤੋਂ ਧੂਰੀ, ਧੂਰੀ ਤੋਂ ਮਲੇਰਕੋਟਲਾ, ਪਤਾ ਨਹੀਂ ਕਿੱਧਰੋਂ ਦੀ ਘੁੰਮਦੀ ਘੁਮਾਉਂਦੀ ਕਰਤਾਰਪੁਰ ਸਾਹਿਬ ਤੋਂ, ਜਿਹੜਾ ਕਰਤਾਰਪੁਰ ਸਾਹਿਬ ਨਹੀਂ ਸੌਰੀ ਕਰਤਾਰਪੁਰ ਜਿਹੜਾ ਫਰਨੀਚਰ ਦਾ ਬਹੁਤ ਵੱਡਾ ਘਰ ਆ ਜਲੰਧਰ ਤੋਂ ਬਾਅਦ, ਉੱਥੋਂ ਦੀ ਹੁੰਦੀ ਭਲੱਤ ਤੋਂ ਲੈ ਕੇ ਕਾਦੀਆਂ ਨੂੰ ਬਾਹਰੋਂ ਬਾਹਰ ਕੱਢ ਦਿੱਤਾ। ਔਰ ਮੈਂ ਕੱਲ ਹਰਸਿਮਰਤ ਕੌਰ ਬਾਦਲ ਦਾ ਬਿਆਨ ਵੀ ਦੇਖਿਆ, ਮੈਂ ਵਿਜੇਂਦਰ ਸਿੰਗਲਾ ਜੀ ਦਾ ਬਿਆਨ ਵੀ ਦੇਖਿਆ, ਉਹਨਾਂ ਦੋਵਾਂ ਕਿਹਾ ਜੀ ਅਸੀਂ 6 ਲੇਨ ਜਿਹੜਾ ਐਕਸਪ੍ਰੈਸਵੇ ਅੰਮ੍ਰਿਤਸਰ ਨੂੰ ਦੇਵਾਂਗੇ। ਪਹਿਲੀ ਤਾਂ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹ ਪ੍ਰੋਜੈਕਟ ਦਿੱਲੀ ਅੰਮ੍ਰਿਤਸਰ ਦਾ ਆ, ਇਹ ਤੁਸੀਂ ਦਿਓਗੇ ਨਹੀਂ, ਇਹ ਪ੍ਰੂਵ ਅੰਮ੍ਰਿਤਸਰ ਵਾਸਤੇ ਹੋਇਆ। ਇਹ ਜਿਹੜੀ ਤੁਸੀਂ 6 ਲੇਨ ਦੀ ਗੱਲ ਕਰ ਰਹੇ ਜੇ, ਇਹ NH1 ਜਿਹੜਾ ਪੁਰਾਣਾ ਹਾਈਵੇ ਚੱਲਦਾ ਆ ਉਹਨੂੰ ਤੁਸੀਂ ਐਕਸਟੈਂਡ ਕਰਨਾ ਚਾਹੁੰਦੇ, ਤੇ ਜੇ ਤੁਸੀਂ ਉਹਨੂੰ ਐਕਸਟੈਂਡ ਕਰਨਾ ਸੀ ਤੇ ਫਿਰ ਪੁਰਾਣੀ ਨਵੀਂ ਸੜਕ ਬਣਾਉਣ ਦੀ ਕੀ ਲੋੜ ਸੀ? ਫਿਰ ਆਪਾਂ ਜਿਹੜਾ ਦਿੱਲੀੋਂ ਹਾਈਵੇ ਆ ਰਿਹਾ ਫਿਰ ਇਹਨੂੰ ਐਕਸਟੈਂਡ ਕਰ ਲੈਂਦੇ ਆਪਾਂ। ਸਾਡੇ ਕੋਲ ਸਿਰਫ ਇੱਕ ਪੁਲ ਆ ਬਿਆਸ ਤੋਂ ਲੰਘਣ ਵਾਸਤੇ ਅੰਮ੍ਰਿਤਸਰ ਨੂੰ, ਕੋਈ ਤੇ ਉਹ ਬੰਦ ਹੋ ਜੇ, ਅੰਮ੍ਰਿਤਸਰ ਦੇ ਲੋਕ ਐਮਰਜੈਂਸੀ ਸੇਵਾਵਾਂ ਵਾਸਤੇ ਵੀ ਬਿਆਸ ਨਹੀਂ ਟੱਪ ਸਕਦੇ, ਨਾ ਉੱਧਰ ਦੇ ਲੋਕ ਮਾਝੇ ਜਾ ਸਕਦੇ। ਸਾਡਾ ਕਿੰਨਾ ਵੱਡਾ ਬੈਨੀਫਿਟ ਆ ਜਿਹੜਾ ਸਾਡੇ ਤੋਂ ਖੋਇਆ ਜਾ ਰਿਹਾ। ਇਹਦੇ ਨਾਲ ਨਾਲ ਸਾਰੇ ਇਹ ਜਿਹੜੇ ਭਾਰਤਮਾਲਾ 'ਚ ਜਿਹੜਾ ਪ੍ਰੋਜੈਕਟ ਬਣਿਆ, ਜਿਹੜਾ ਨਰਿੰਦਰ ਮੋਦੀ ਨੇ ਭਾਰਤਮਾਲਾ ਇੱਕ ਸ਼ੁਰੂ ਕੀਤਾ ਹੈ ਪ੍ਰੋਜੈਕਟ, ਜਿਹਦੇ 'ਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਅਲੱਗ-ਅਲੱਗ ਦੇਸ਼ ਦੇ ਕੋਨੇ ਤੋਂ ਜਿਹੜੀਆਂ ਵੱਡੀਆਂ ਸੜਕਾਂ ਬਣ ਕੇ ਆਉਣੀਆਂ ਨੇ, ਉਹਦੇ ਤਹਿਤ ਉਹਨਾਂ ਦਾ ਇੱਕ ਕਾਨੂੰਨ, ਉਹਨਾਂ ਨੇ ਇੱਕ ਉਹਦੇ 'ਚ ਜਿਹੜੇ ਸ਼ਰਤਾਂ ਨੇ ਉਹਨਾਂ ਦੇ ਮੁਤਾਬਕ ਕੋਸਟਲ ਡਿਸਟ੍ਰਿਕਟ ਤੇ ਬਾਰਡਰ ਡਿਸਟ੍ਰਿਕਟ ਦੀ ਡਿਵੈਲਪਮੈਂਟ ਵਾਸਤੇ ਇਹ ਭਾਰਤਮਾਲਾ ਦਾ ਪ੍ਰੋਜੈਕਟ ਬਣਿਆ। ਅੰਮ੍ਰਿਤਸਰ ਤੇ ਭਾਰਤਮਾਲਾ 'ਚੋਂ ਬਾਹਰ ਹੀ ਹੋ ਗਿਆ। ਜਦੋਂ ਅੰਮ੍ਰਿਤਸਰ ਦੇ ਉੱਤੋਂ ਦੀ ਮਾਲਾ ਘੁੰਮਣੀ ਨਹੀਂ ਜਾਂ ਅੰਮ੍ਰਿਤਸਰ ਦੇ ਲਾਗੋਂ ਹੀ ਨਹੀਂ ਜਾਣੀ ਤੇ ਭਾਰਤਮਾਲਾ ਦਾ ਅੰਮ੍ਰਿਤਸਰ ਹਿੱਸਾ ਕਿੱਦਾਂ ਰਿਹਾ? ਇਹ ਕਿਉਂ ਹੋਇਆ, ਕਿੱਦਾਂ ਹੋਇਆ, ਇਹਦੀ ਸਾਨੂੰ ਅਜੇ ਜਾਣਕਾਰੀ ਨਹੀਂ ਮਿਲ ਰਹੀ। ਪਰ ਜਿਹੜੇ ਬੀਬਾ ਹਰਸਿਮਰਤ ਕੌਰ ਜੀ, ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਇਹ ਜਿਹੜੀ 6 ਲੇਨ ਤੁਸੀਂ ਕਹਿ ਰਹੇ ਨਾ ਤੁਹਾਨੂੰ ਦੇਵਾਂਗੇ, ਇਹ ਸਾਨੂੰ ਆਲਰੇਡੀ ਅਪਰੂਵਡ ਹੈ। 6 ਲੇਨ 2013 ਦੀ 20 ਕਿਲੋਮੀਟਰ 30 ਕਿਲੋਮੀਟਰ ਰਹਿੰਦੀ ਹੈ, 20 ਕਿਲੋਮੀਟਰ ਆਲਰੇਡੀ ਬਣੀ ਹੋਈ। ਇਹ 'ਚ ਤੁਸੀਂ ਸਾਨੂੰ ਕੀ ਦੇ ਰਹੇ ਜੀ? ਸਾਨੂੰ ਇਹ 'ਚ ਕੁਛ ਨਹੀਂ ਚਾਹੀਦਾ। ਸਾਨੂੰ ਸਿਰਫ ਤੇ ਸਿਰਫ ਜਿਹੜਾ ਦਿੱਲੀ ਅੰਮ੍ਰਿਤਸਰ ਐਕਸਪ੍ਰੈਸ ਵੇ ਹੈ ਜਿਹੜਾ ਕੱਟੜੇ ਤੱਕ ਜਾਣਾ ਆ, ਉਹ ਸਾਨੂੰ ਅੰਮ੍ਰਿਤਸਰ ਦੀ ਧਰਤੀ ਨੂੰ ਬਿਆਸ ਟੱਪ ਕੇ ਟੱਚ ਕਰਨਾ ਚਾਹੀਦਾ। ਸਾਡੀ ਪੁਰਜ਼ੋਰ ਮੰਗ ਆ ਉਹ। ਹਰ ਵੇਲੇ ਮੈਂ ਇੱਕ ਧਿਆਨ ਤੁਹਾਡੇ ਤੇ ਲਿਆਉਣਾ ਚਾਹੁੰਦਾ ਕਿ ਤੁਸੀਂ ਹਰ ਵੇਲੇ ਅੰਮ੍ਰਿਤਸਰ ਨਾ ਹੁੰਦੇ ਧੱਕੇ ਨੂੰ ਜਰਾ ਨਿਗਾਹ ਤੇ ਮਾਰ ਕੇ ਵੇਖੋ ਕਿਵੇਂ ਸਾਡੇ ਅੰਮ੍ਰਿਤਸਰ ਨਾਲ ਧੱਕਾ ਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੰਮ੍ਰਿਤਸਰ ਦੀ ਜਨਸੰਖਿਆ 4 ਲੱਖ, ਲਾਹੌਰ ਦੀ 6 ਲੱਖ। ਅੱਜ ਅੰਮ੍ਰਿਤਸਰ ਦੀ ਜਨਸੰਖਿਆ 25 ਲੱਖ ਤੇ ਲਾਹੌਰ ਦੀ 1 ਕਰੋੜ 10 ਲੱਖ ਹੈ। ਤੇ ਪਹਿਲੇ ਇਨਫਰਾਸਟ੍ਰਕਚਰ ਵਾਈਜ਼ ਏਸ਼ੀਆ ਦੇ 10 ਸ਼ਹਿਰਾਂ ਦੇ ਵਿੱਚ ਆਉਂਦਾ। ਅਸੀਂ ਦੇਖ ਲਓ ਕਿੱਥੇ ਖੜੇ ਆ। ਸਾਡੇ ਕੋਲ ਇੱਕ ਇੰਟਰਨੈਸ਼ਨਲ ਏਅਰਪੋਰਟ ਆ, ਅਸੀਂ ਤਰਲਿਆਂ ਦੇ ਨਾਲ ਕਲਰਕ ਵਾਂਗੂ ਕੰਮ ਕਰਨਾ ਪੈਂਦਾ।
ਫਿਰ ਜਾ ਕੇ ਉਹਦੇ ਫਲਾਈਟਾਂ ਮਿਲਦੀਆਂ ਨੇ। ਪਰ ਤੁਸੀਂ ਕਹਿੰਦੇ ਜੇ ਅੰਮ੍ਰਿਤਸਰ ਨੂੰ ਦਿੱਤਾ ਕੀ ਆ? ਏਮਜ਼ ਆਇਆ, ਬੀਬਾ ਜੀ ਤੁਸੀਂ ਚੱਕ ਕੇ ਲੈ ਕੇ ਬਠਿੰਡੇ। ਜੇਤਲੀ ਜੀ ਨੇ ਅੰਮ੍ਰਿਤਸਰ ਵਾਸਤੇ ਅਨਾਉਂਸ ਕੀਤਾ ਸੀ, ਸਾਰੇ ਲੋਕ ਜਾਣਦੇ, ਪ੍ਰੈਸ ਜਾਣਦੀ, ਮੀਡੀਆ ਜਾਣਦਾ। ਪ੍ਰਪੋਜ਼ਲਾਂ ਇੱਥੋਂ ਦੀਆਂ ਬਠਿੰਡੇ। ਸੈਂਟਰ ਯੂਨੀਵਰਸਿਟੀ ਆਈ, ਪ੍ਰਪੋਜ਼ਲ ਅੰਮ੍ਰਿਤਸਰ ਦੀ ਬਣੀ, ਤੁਸੀਂ ਲੋਕਾਂ ਨੇ ਚੱਕ ਕੇ ਬਠਿੰਡੇ ਲੈ ਗਏ ਜੀ। ਅੰਮ੍ਰਿਤਸਰ ਜ਼ਮੀਨ ਹੈ ਨਹੀਂ, ਅੰਮ੍ਰਿਤਸਰ ਪਾਣੀ 'ਚ ਵਸਣ ਡਿਆ। ਐਡਾ ਹੀ ਮਾੜਾ ਅੰਮ੍ਰਿਤਸਰ ਹੋ ਗਿਆ, ਜ਼ਮੀਨ ਹੈ ਨਹੀਂ। ਤੁਸੀਂ ਮਾਲਵੇ ਵਾਸਤੇ ਜੀ ਸਦਕੇ ਵੱਧ ਲਓ, ਸੜਕਾਂ ਲਓ, ਅਸੀਂ ਕਿਸੇ ਤਰੱਕੀ 'ਚ ਨਹੀਂ ਅੜਚਣ ਪਾਉਂਦੇ, ਪਰ ਤੁਸੀਂ ਆਪਣੀਆਂ ਮੰਗੋ। ਜਿਹੜੀ ਅਨਾਉਂਸਮੈਂਟ ਅੰਮ੍ਰਿਤਸਰ ਵਾਸਤੇ ਹੁੰਦੀ ਆ ਚੱਕ ਕੇ ਮਾਲਵੇ 'ਚ ਕਿਉਂ? ਕੀ ਮਾਝਾ ਹਿੱਸਾ ਨਹੀਂ ਗਾ? ਕੀ ਦਰਿਆਵਾਂ ਪਾਰ ਤੁਹਾਨੂੰ ਬਿਲਕੁਲ ਸਾਡੇ ਨਾਲ ਕੋਈ ਲਗਾ ਨਹੀਂ ਗਾ? ਹਰਿਮੰਦਰ ਸਾਹਿਬ ਕਾਹਦੇ ਵਾਸਤੇ ਆਉਂਦੇ ਜੀ? ਹਰਿਮੰਦਰ ਸਾਹਿਬ ਆਉਣਾ ਬੰਦ ਕਰੋ। ਇਹ ਵੋਟਾਂ ਦੀ ਸਿਰਫ ਰਾਜਨੀਤੀ ਕਰਨ ਤੁਸੀਂ ਲੋਕ ਆਉਂਦੇ ਜੇ। ਜਿੰਨੇ ਲੀਡਰ ਸਾਹਿਬਾਨ ਨੇ ਅੰਮ੍ਰਿਤਸਰ ਨੂੰ ਪਿਆਰ ਕਰਦੇ ਜੇ ਤੇ ਅੰਮ੍ਰਿਤਸਰ ਨਾਲ ਖਲੋ, ਅੰਮ੍ਰਿਤਸਰ ਨਾਲ ਪਿੱਠ ਨਾ ਕਰੋ। ਪਖੰਡ ਕਰਨੇ ਜਾਂ ਬੰਦ ਕਰ ਦਿਓ, ਉੱਥੋਂ ਬਿਲਕੁਲ ਦਰਿਆ ਟੱਪਣਾ ਬੰਦ ਕਰ ਦਿਓ। ਜੇ ਤੁਸੀਂ ਲੋਕਾਂ ਨੇ ਬਹਾਨੇ ਬਣਾ ਕੇ ਇਹ 11 ਕਿਲੋਮੀਟਰ ਘਟ ਗਿਆ ਜੀ। DPR 'ਚ ਕੀ ਰੱਖਿਆ, ਕਿਵੇਂ ਨਾ DPR ਦਿੱਤੀ ਆ ਤੁਸੀਂ ਲਾ ਕੇ ਦੇਖੋ, ਵੈਬਸਾਈਟ ਤੋਂ ਮਿਲ ਜਾਂਦੀ ਆ। ਆਪਸ਼ਨਾਂ 3 ਬਣਾਈਆਂ ਨੇ, ਆਪਸ਼ਨ 1 ਗ੍ਰੀਨ, ਆਪਸ਼ਨ 2 ਬਲੈਕ, ਆਪਸ਼ਨ 3 ਜਿਹੜੀ ਆ ਉਹ ਪਿੰਕ ਆਪਸ਼ਨ ਜਿਹੜੀ ਆ ਉਹ ਅੰਮ੍ਰਿਤਸਰ ਨੂੰ ਸੂਟ ਕਰਦੀ, ਜਿਹੜੀ 2016 'ਚ ਤੁਸੀਂ ਦੇਖ ਰਹੇ ਜੇ ਕਿ ਜਿਹੜੇ ਨਿਤਿਨ ਗਡਕਰੀ ਵੇਲੇ ਪਾਸ ਹੋਈ ਆ। ਉਹਨੂੰ ਕੀ ਕਿਹਾ ਗਿਆ ਵੀ ਆਪਸ਼ਨ 3 ਇਸ ਕਰਕੇ ਨਹੀਂ ਸੂਟ ਕਰਦੀ। ਵੇਖੋ ਜੀ, ਜਦੋਂ ਅਸੀਂ ਅੱਗੇ ਲੰਘਾਂਗੇ ਗੁਰਦਾਸਪੁਰ ਪਠਾਨਕੋਟ ਨੂੰ ਜਾਵਾਂਗੇ, ਉਹਦੇ ਰਾਜ ਪਹਾੜ ਆਉਂਦੇ ਤਾਂ ਸਾਨੂੰ ਬੜੀਆਂ ਟਨਲ ਬਣਾਉਣੀਆਂ ਪੈਣੀਆਂ ਨੇ। ਉਹ ਰੱਬ ਦਾ ਵਾਸਤਾ ਜਿਹਨੇ DPR ਬਣਾਈ ਆ ਜਾਂ ਜਿਹਦੇ ਆਖਿਆ ਉਹਨੇ ਬਣਾਈ ਆ, ਉਹਨੂੰ ਖਰੇ ਰੱਬ ਦਾ ਖੌਫ ਹੀ ਨਹੀਂ। ਇੰਨਾ ਵੱਡਾ ਝੂਠ, ਚਿੱਟਾ ਝੂਠ, ਦੱਸੋ ਕਿਹੜੀ ਗੁਰਦਾਸਪੁਰ ਤੋਂ ਅੱਗੇ ਟਨਲ ਬਣਾਉਣੀ ਪੈਂਦੀ ਇਹਨਾਂ ਨੂੰ? ਇਹ ਇੱਕ ਸਾਜ਼ਿਸ਼ ਦੇ ਤਹਿਤ ਅੰਮ੍ਰਿਤਸਰ ਨਾਲ ਧੱਕਾ ਕੀਤਾ ਜਾ ਰਿਹਾ। ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਮੇਰੀ ਮੁੱਖ ਮੰਤਰੀ ਪੰਜਾਬ ਜੀ ਨੂੰ ਹੱਥ ਜੋੜ ਕੇ ਬੇਨਤੀ ਆ, ਕੈਪਟਨ ਸਾਹਿਬ ਨੂੰ, ਕਿਰਪਾ ਕਰਕੇ ਵਿੱਚ ਇੰਟਰਵਿਨ ਕਰੋ। ਇਹ ਦੁਬਾਰਾ ਤੋਂ ਇਹਦੀ DPR ਖਲਵਾਓ। ਇਹਦੇ ਜਿਹੜਾ ਪਿੰਕ ਲਾਈਨ ਜਿਹੜੀ ਬਣੀ ਹੈ, ਜਿਹੜਾ ਪਿੰਕ ਲਾਈਨ ਆ, ਉਹਦੇ ਤੇ ਸਟੈਂਡ ਹੋ। ਇਹੋ ਹੀ ਸਾਨੂੰ ਵਾਰਾ ਖਾਂਦਾ। ਦੇਖੋ, ਸਾਡੇ ਕੋਲ ਅੰਮ੍ਰਿਤਸਰ ਦੇ ਲੋਕਾਂ ਕੋਲ ਸਵਾਈ ਹਰਿਮੰਦਰ ਸਾਹਿਬ ਦੀ ਕਿਰਪਾ ਕਰਕੇ ਹੋਰ ਸਾਡੇ ਕੋਲ ਨਾ ਕੋਈ ਇੰਡਸਟਰੀ ਆ। ਉਹ ਸਾਡੀ ਤਬਾਹ ਹੋ ਗਈ। ਜੰਗਾਂ 'ਚ ਅਸੀਂ ਹਿੱਸਾ ਪਾ ਛੱਡਿਆ ਸਾਡੇ ਲੋਕਾਂ ਨੇ। ਸੋ ਹੱਥ ਜੋੜ ਕੇ ਬੇਨਤੀ ਆ, ਸਾਡੀ ਮਦਦ ਕਰੋ। ਸਭ ਨੂੰ ਕਹੂੰਗਾ, ਇਹ ਜਿਹੜਾ ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਨਤਮਸਤਕ ਹੋ ਕੇ ਪ੍ਰੋਜੈਕਟ ਦਿੱਤਾ ਸੀ, ਕਿਰਪਾ ਕਰਕੇ ਇਹਨੂੰ ਉੱਥੇ ਪੂਰਾ ਕਰੋ। ਇਹ ਕੁਝ ਲੋਕਾਂ ਦੀਆਂ ਸਾਜ਼ਿਸ਼ਾਂ ਨੇ। ਉਹ ਸਾਜ਼ਿਸ਼ੀ ਲੋਕ ਬਿਲਕੁਲ ਅੰਮ੍ਰਿਤਸਰ ਦੇ ਇਤਿਹਾਸੀ ਨਹੀਂ ਗਏ। ਉਹ ਲੋਕ ਗੰਗੂ ਦੀ ਇਲਾਜ 'ਚੋਂ ਨੇ ਜਿਹੜੇ ਅੰਮ੍ਰਿਤਸਰ ਦੇ ਨਾਲ ਸਾਜ਼ਿਸ਼ਾਂ ਕਰਦੇ ਨੇ। ਔਰ ਸਾਜ਼ਿਸ਼ ਬਿਲਕੁਲ ਨਹੀਂ ਹੋਣ ਦੇਣੀ। ਕਿਸੇ ਵੀ ਕੀਮਤ ਤੱਕ ਜਾਣਾ ਪਊਗਾ। ਇਹਦੇ ਵਾਸਤੇ ਕੋਈ ਵੀ ਕੁਰਬਾਨੀ ਦੇਣੀ ਪਊਗੀ, ਉਹ ਦੇਵਾਂਗੇ। ਮੈਂ ਇਹੀ ਬੇਨਤੀ ਕਰੂੰਗਾ, ਮੈਨੂੰ ਆਸ ਆ ਕਿ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ, ਅੰਮ੍ਰਿਤਸਰ ਦੇ ਦ੍ਰਿਸ਼ਟੀਕੋਣ ਨੂੰ ਸਮਝਦੇ ਹੋਏ, ਅੰਮ੍ਰਿਤਸਰ ਦੇ ਬੇਰੁਜ਼ਗਾਰ ਲੋਕਾਂ ਨੂੰ ਸਮਝਦੇ ਹੋਏ, ਬਾਰਡਰ ਦੇ ਲੋਕਾਂ ਦੀਆਂ ਤਕਲੀਫਾਂ ਨੂੰ ਸਮਝਦੇ ਹੋਏ ਇਹਨੂੰ ਰਿਵਾਈਜ਼ ਜ਼ਰੂਰ ਕਰੋਗੇ। ਤੇ ਜਿਹੜੇ ਤੁਸੀਂ ਲੁਭਾਵਣੇ ਬਿਆਨ ਦੇ ਰਹੇ ਜੇ, ਕਰਤਾਰਪੁਰ ਜਿਹੜਾ ਫਰਨੀਚਰ ਦਾ ਵੱਡੀ ਇੰਡਸਟਰੀ ਦਾ ਸ਼ਹਿਰ ਆ, ਉਹਨੂੰ ਤੁਸੀਂ ਕਰਤਾਰਪੁਰ ਸਾਹਿਬ ਨਾਲ ਕਿਤੇ ਜੋੜ ਕੇ ਨਾ ਕਿਸੇ ਨੂੰ ਵਿਖਾਏ ਜਾਇਓ। ਇਹ ਕਰਤਾਰਪੁਰ ਅੰਮ੍ਰਿਤਸਰ ਤੋਂ 70 ਕਿਲੋਮੀਟਰ ਜਲੰਧਰ ਵਾਲੇ ਬੰਨੇ ਆ, ਉਹ 65 ਕਿਲੋਮੀਟਰ ਅਗਲੇ ਬੰਨੇ 55 ਕਿਲੋਮੀਟਰ ਬਾਰਡਰ ਤੇ ਆ। ਸੋ ਮੈਨੂੰ ਆਸ ਆ ਕਿ ਇਹਦੇ ਤੇ ਸਾਡੇ ਲੀਡਰ ਸਾਹਿਬਾਨ ਤਵੱਜੋ ਦੇਣਗੇ। ਮੇਰੀ ਸਾਰੀ ਪਾਰਟੀ ਦੇ ਲੀਡਰਾਂ ਨੂੰ ਬੇਨਤੀ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਅਕਾਲੀ ਦਲ ਆ, ਚਾਹੇ ਛੋਟੀ ਤੋਂ ਛੋਟੀ ਕੋਈ ਵੀ ਪਾਰਟੀ ਹੈ, BJP ਦੇ 73 ਲੀਡਰ ਨੇ, ਹੱਥ ਜੋੜ ਕੇ ਬੇਨਤੀ ਹੈ, ਅੰਮ੍ਰਿਤਸਰ ਲਈ ਖੜ ਜਾਓ ਸਾਰੇ ਤਗੜੇ ਹੋ ਕੇ। ਕਿਉਂਕਿ ਇਹ ਕਿਸੇ ਇੱਕ ਨਾਲ ਨਹੀਂ ਜੁੜਿਆ, ਇਹ ਅੰਮ੍ਰਿਤਸਰ ਦੇ ਆਉਣ ਵਾਲੇ ਬੱਚਿਆਂ ਦੇ ਪੀੜ੍ਹੀਆਂ ਨਾਲ ਜੁੜਿਆ। ਪੀੜ੍ਹੀਆਂ ਤੋਂ ਧੱਕੇ ਹੁੰਦੇ ਆਏ ਆ, ਹੁਣ ਫੇਰ ਉਹ ਧੱਕਾ ਦੁਬਾਰਾ ਹੋਣ ਲੱਗਾ। ਸੋ ਮੈਂ ਕਹਾਂ, ਇਹ ਬਿਲਕੁਲ ਨਹੀਂ ਬਰਦਾਸ਼ਤ, ਕਿਸੇ ਕੀਮਤ ਤੇ ਧੱਕਾ ਨਹੀਂ ਹੋਣ ਦੇਣਾ। ਭਾਵੇਂ ਕੁਝ ਵੀ ਕਰਨਾ ਪਏਗਾ, ਉਹ ਕਰਾਂਗੇ ਜ਼ਰੂਰ। ਅਗਲੀ ਰਣਨੀਤੀ ਜਿਹੜੀ ਆ, ਇਹ ਮੈਂ ਦੇਖਾਂਗਾ ਵੀ ਇਹ ਕਿੰਨੇ ਚਿਰ ਤੱਕ ਸਾਡਾ ਇਹ ਆਵਾਜ਼ ਸੁਣ ਕੇ ਸਾਡੇ ਨਾਲ ਗੱਲ ਕਰਦੇ ਆ, ਕਿਸ ਲੈਵਲ ਤੱਕ ਇਹ ਜਾਂਦੇ। ਜੇ ਨਹੀਂ ਜਾਣਗੇ, ਅਗਲੀ ਰਣਨੀਤੀ ਤੁਹਾਨੂੰ ਥੋੜੇ ਦਿਨਾਂ ਜ਼ਰੂਰ ਦੱਸਾਂਗੇ। ਅੰਮ੍ਰਿਤਸਰ ਤੋਂ ਦਾ ਸਟੇਟ ਨਿਊਜ਼ ਦੇ ਲਈ ਸੋਨੂ ਨਰੂਲਾ ਦੀ ਰਿਪੋਰਟ।